ਪਾਪਾ ਨੇ ਨਾ ਅਚਾਨਕ ਹੀ ਮੰਮੀ ਨੂੰ ਇੰਨੀ ਜ਼ੋਰ ਦੀ ਮਾਰਿਆ ਫਿਰ ਮੰਮੀ ਦੇ ਕੰਧ ਇਹਦੇ ਤੇ ਵੱਜੀ ਸਿਰ ਪੌੜੀਆਂ ਤੇ। ਪੈਸੇ ਤਾਂ ਹੈ ਹੀ ਨਹੀਂ, ਦਵਾਈ ਕਿਵੇਂ ਲਵਾਂਗੇ ਅਸੀਂ? ਪੈਸੇ ਨਾ ਹੋਣ ਕਾਰਨ ਮੰਮੀ ਇੱਦਾਂ ਹੀ ਰੋਜ਼ ਮਰਦੀ ਰਹੀ ਵੀ ਇੱਦਾਂ ਉੱਦਾਂ, ਇਸ ਲਈ ਫਿਰ ਐਵੇਂ ਬਸ ਮੰਮੀ ਦੀ ਡੈਥ ਹੋ गई। इनका पालन पोषण बस बच्चे काम पे जा रहे हैं, किसी घर में झाड़ू पोछा कर रहे हैं। माँ जो हर सुख दुख की साथण हुंदी है, भावें ਉਹ आर्थिक तौर ते अमीर होवे जां गरीब होवे, ਉਹ ਆਪਣੇ ਬੱਚਿਆਂ ਤੇ आंच तक नहीं आउण दिंदी। माँ आखिरी समय तक अपने बच्चों की हिफाजत करती है, पर जदों माँ का साया बच्चों के सिर तो उठ जाता है तो बच्चे रुल जाते हैं। अजिहा एक ताज़ा मामला माछीवाड़े तो सामने आ रहा है, जिथे 7 बच्चों की माँ इलाज ना होण कारण दम तोड़ गई अते इन्हां दा पिता इन्हां नूं बेसहारा छड्ड के घर तो भज गया। बच्चों का कहना है कि उन्हां दा पिता नशा करदा सी ते नशे की हालत विच माँ नाल कुੱਟਮਾਰ करदा सी। उन्हां दी माँ घर का खर्चा चलाउण लई लोकां दे घरां विच काम ते सफाई करदी सी। दस दईए कि इन्हां बच्चों दे विचों सब तो छोटा बच्चा 5 महीने का है, जबकि वड्डी लड़की का विआह कर दिता गया। 6 बच्चों की रोटी पानी का खर्चा, घर का किराया, बिजली अते पानी का बिल देण लई इन्हां बच्चों की माँ बीमारी की हालत विच भी लोकां दे घरां विच काम करदी रही। पर जदों वो ज़्यादा बीमार हो गई अते उसनूं सुचੱਜੇ ढंग का इलाज ना मिलिया तां आखिर वो जिंदगी अते मौत की लड़ाई हार गई ते दम तोड़ गई। घर दे विच हुण छोटे छोटे बच्चे प्यो दे जिउंदे होण दे बावजूद भी अनाथ हो गए ने। घर दे विच अत दी गरीबी है। इन्हां बच्चों दे कोल अपनी मां दा अंतिम संस्कार करन लई भी पैसे तक नहीं सन। आखिर इलाके दे ही समाज सेवी लोकां वल्लों इन्हां अनाथ होए बच्चों दी मां दा अंतिम संस्कार करवाया गया अते सारियां रस्मां पूरीआं कीतीआं गईआं। वैसे ਤਾਂ ਪਾਪਾ ਸੀਗੇ ਉਹ ਫਿਰ ਬਹੁਤ ਜ਼ਿਆਦਾ ਲੜਾਈ ਝਗੜੇ ਵਗੈਰਾ ਕਰਦੇ ਹੁੰਦੇ ਸੀਗੇ, ਫਿਰ ਸਾਡੇ ਤੋਂ ਦੇਖਿਆ ਨਹੀਂ ਗਿਆ। ਫਿਰ ਅਸੀਂ ਰੋਜ਼ ਬੋਲਦੇ ਹੁੰਦੇ ਸੀਗੇ ਵੀ ਨਾ ਲੜੋ ਨਾ ਲੜੋ। ਫਿਰ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਲੜਾਈ ਹੁੰਦੀ ਸੀਗੇ ਹਰ ਰੋਜ਼। ਤੇ ਫਿਰ ਸਮਝਾਉਂਦੇ ਨਾ ਰੋਜ਼ ਸਮਝਾਉਂਦੇ ਹੁੰਦੇ ਸੀ ਪਰ ਨਹੀਂ ਸਮਝਦੇ ਹੁੰਦੇ ਸੀਗੇ ਪਾਪਾ। ਇੱਕ ਦਿਨ ਬਥੇਰੇ ਹੋਏ। ਇੱਕ ਦਿਨ ਅਸੀਂ ਛੱਤ ਤੇ ਸੌਣ ਗਏ, ਪਾਪਾ ਨੇ ਨਾ ਅਚਾਨਕ ਹੀ ਮੰਮੀ ਨੂੰ ਇੰਨੀ ਜ਼ੋਰ ਦੀ ਮਾਰਿਆ ਫਿਰ ਮੰਮੀ ਦੇ ਕੰਧ ਇਹਦੇ ਤੇ ਵੱਜੀ ਸਿਰ ਪੌੜੀਆਂ ਤੇ। ਫਿਰ ਮੰਮੀ ਮੈਨੂੰ ਆਵਾਜ਼ ਮਾਰੇ, ਮੈਂ ਸੁਣੀ ਨਾ, ਮੈਂ ਤਾਂ ਸੁੱਤੀ ਪਈ ਸੀਗੀ। ਉਸ ਦਿਨ ਵੀ ਕਮਰੇ 'ਚ ਲੈ ਕੇ ਜਾਣ ਲੱਗੇ ਸੀਗੇ ਵੀ ਕਮਰੇ 'ਚ ਮੈਂ ਚੰਗੀ ਤਰੀਕੇ ਨਾਲ ਮੈਂ ਉਹਨੂੰ ਮਾਰਨਾ ਵੀ ਮੰਮੀ ਨੂੰ। ਫਿਰ ਛੋਟੀ ਭੈਣ ਸੀਗੀ ਮੇਰੀ, ਫਿਰ ਉਹਨੇ ਬਚਾਇਆ ਵੀ ਦਰਵਾਜ਼ਾ ਫਟਾਫਟ ਖੋਲ੍ਹਿਆ, ਫਿਰ ਲੈ ਕੇ ਆਏ। ਫਿਰ ਮੰਮੀ ਬਹੁਤ ਜ਼ਿਆਦਾ ਰੋਂਦੇ ਸੀ, ਸੱਟ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਕਾਫੀ ਲੱਗੀ ਹੋਈ ਸੀਗੀ। ਫਿਰ ਉਸ ਤੋਂ ਅਗਲੇ ਦਿਨ ਬਹੁਤ ਜ਼ਿਆਦਾ ਫਿਰ ਤੋਂ ਲੜਾਈ ਕੀਤੀ ਉਹਨਾਂ ਨੇ। ਜੇਵਰ ਵਗੈਰਾ ਜਿੰਨੇ ਵੀ ਗਹਿਣੇ ਸੀਗੇ ਉਹ ਸਾਰੇ ਲੈ ਗਏ ਪਾਪਾ ਨੇ, ਇੱਕ ਵੀ ਨਾ ਰਿਹਾ। ਫਿਰ ਉਸ ਤੋਂ ਬਾਅਦ ਮੰਮੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਸੀਗੇ, ਫਿਰ ਬਿਮਾਰ ਹੋਏ। ਫਿਰ ਦਵਾਈ ਨਾ ਲੈਣ ਵੀ ਪੈਸੇ ਤਾਂ ਹੈ ਹੀ ਨਹੀਂ, ਦਵਾਈ ਕਿਵੇਂ ਲਵਾਂਗੇ ਅਸੀਂ? ਪੈਸੇ ਨਾ ਹੋਣ ਕਾਰਨ ਮੰਮੀ ਇੱਦਾਂ ਹੀ ਰੋਜ਼ ਮਰਦੀ ਰਹੀ ਵੀ ਇੱਦਾਂ ਉੱਦਾਂ, ਇਸ ਲਈ ਫਿਰ ਐਵੇਂ ਬਸ ਮੰਮੀ ਦੀ ਡੈਥ हो गई। मम्मी की मतलब मम्मी बहुत ज़्यादा बीमार थी, इसलिए आए हम मिलने के लिए। हम 7 भाई बहन, ये मेरा भाई है छोटा वाला। इनका पालन पोषण बस बच्चे काम पे जा रहे हैं, किसी घर में झाड़ू पोछा कर रहे हैं। मां ਦੀ ਮੌਤ ਅਤੇ ਪਿਤਾ ਦੇ ਘਰ ਛੱਡ ਜਾਣ ਤੋਂ ਬਾਅਦ 2 ਵੱਡੀਆਂ ਭੈਣਾਂ ਆਪਣੇ ਛੋਟੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਨੇ। ਉਹਨਾਂ ਦੱਸਿਆ ਕਿ ਉਹ ਤਕਰੀਬਨ 3000 ਰੁਪਏ ਮਹੀਨਾ ਕਮਾ ਲੈਂਦੀਆਂ ਨੇ, ਪਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਘਰ ਦਾ ਕਿਰਾਇਆ, ਬਿਜਲੀ ਬਿੱਲ, ਰਾਸ਼ਨ ਆਦਿ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕੰਮ ਕਰਦੀ ਮੈਂ ਝਾੜੂ ਪੋਚਾ ਦੂਸਰੇ ਦੇ ਘਰ, ਘੱਟੋ ਘੱਟ 3000 ਰੁਪਏ ਬਣ ਜਾਂਦੇ ਆ। ਅਜਿਹੇ ਬੱਚੇ ਜਿਨ੍ਹਾਂ ਦੇ ਸਿਰ ਤੇ ਰਹਿਣ ਲਈ ਛੱਤ ਨਹੀਂ, ਖਾਣਾ ਖਾਣ ਲਈ ਭੋਜਨ ਨਹੀਂ, ਪੜ੍ਹਾਈ ਤੋਂ ਵਾਂਝੇ ਨੇ, ਅਜਿਹੇ ਬੱਚਿਆਂ ਲਈ ਸਰਕਾਰਾਂ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਨੇ। ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਵੈਸੇ ਤਾਂ ਚੋਣਾਂ ਦੇ ਸਮੇਂ ਸਰਕਾਰਾਂ ਦੇ ਵੱਲੋਂ ਗਰੀਬ ਲੋਕਾਂ ਦੇ ਲਈ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ, ਪਰ ਹੁਣ ਦੇਖਣਾ ਹੋਵੇਗਾ ਕਿ ਗਰੀਬਾਂ ਦੇ ਉਜਵਲ ਭਵਿੱਖ ਲਈ ਵੱਡੇ ਦਾਅਵੇ ਤੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਇਨ੍ਹਾਂ ਗਰੀਬ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਉਣਗੀਆਂ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।